ਪਵਨ ਬੇਦੀ ਹਾਜ਼ਰ ਹਾਂ ਤੁਹਾਡੇ ਆਪਣੇ ਪ੍ਰੋਗਰਾਮ ਸਾਂਝਾ ਸਫ਼ਰ ਵਿੱਚ। ਸਾਨੂੰ ਚਾਹੀਦਾ ਇਸ ਸਫ਼ਰ 'ਚ ਤੁਹਾਡਾ ਸਭ ਦਾ ਸਾਥ। ਜੇ ਤੁਸੀਂ ਆਪਣਾ ਕੋਈ ਹੁਨਰ, ਆਪਣੇ ਕੋਈ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਅਸੀਂ ਆਵਾਂਗੇ ਤੁਹਾਡੇ ਸ਼ਹਿਰ, ਤੁਹਾਡੀਆਂ ਗਲੀਆਂ। ਅੱਜ ਅਸੀਂ ਆਏ ਹਾਂ ਇੱਕ ਅਲੱਗ ਵਿਸ਼ਾ ਲੈ ਕੇ। ਜਿਵੇਂ ਕਿ ਤੁਸੀਂ ਜਾਣਦੇ ਹੋ, ਕਰੋਨਾ ਵਾਇਰਸ ਤੋਂ ਹੁਣ ਤੱਕ ਦਾ ਸਫ਼ਰ ਬਹੁਤ ਹੀ ਸਟ੍ਰੈਸਫੁਲ ਰਿਹਾ। ਅਸੀਂ ਅੱਜ ਵੀ ਘਰੋਂ ਬਾਹਰ ਪੈਰ ਪੁੱਟਦੇ ਹਾਂ ਤਾਂ ਸਾਨੂੰ ਲੱਗਦਾ ਹੈ ਸਾਡੇ ਆਸ-ਪਾਸ ਕਰੋਨਾ ਤਾਂ ਨਹੀਂ। ਕੀ ਅਸੀਂ ਹਮੇਸ਼ਾ ਹੀ ਇਸ ਡਰ ਵਿੱਚ ਰਹਾਂਗੇ ਜਾਂ ਇਸ ਡਰ ਨੂੰ ਜਿੱਤ ਕੇ ਅਸੀਂ ਅੱਗੇ ਵਧਾਂਗੇ? ਜਿਵੇਂ ਕਿ ਤੁਸੀਂ ਜਾਣਦੇ ਹੋ, ਦੰਦ ਸਾਡੇ ਸਰੀਰ ਦਾ ਇੱਕ ਅਹਿਮ ਹਿੱਸਾ ਹਨ ਅਤੇ ਸਾਡੀ ਖੂਬਸੂਰਤੀ ਨੂੰ ਵੀ ਵਧਾਉਂਦੇ ਹਨ। ਜਿਵੇਂ ਕਿ ਸਿਆਣਿਆਂ ਨੇ ਕਿਹਾ, ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਤਾਂ ਖਾਣ ਗਿਆ। 6 ਫੁੱਟ ਦੀ ਦੂਰੀ ਤੇ ਮੂੰਹ ਤੇ ਮਾਸਕ। ਕੀ ਇਹ ਹਰ ਥਾਂ ਤੇ ਪੋਸੀਬਲ ਹੈ? ਕੀ ਇਹ ਪੋਸੀਬਲ ਹੈ ਕਿ ਅਸੀਂ ਡੈਂਟਲ ਚੈੱਕਅਪ ਲਈ ਜਾਈਏ ਤੇ ਮੂੰਹ ਤੇ ਮਾਸਕ ਪਾ ਕੇ ਅਸੀਂ ਆਪਣੇ ਦੰਦ ਚੈੱਕ ਕਰਾ ਸਕੀਏ? ਆਓ ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਚੱਲਦੇ ਹਾਂ ਇੱਕ ਡੈਂਟਲ ਕਲੀਨਿਕ ਤੇ ਉੱਥੇ ਮਿਲਦੇ ਹਾਂ ਡਾਕਟਰ ਅਤਿੰਦਰ ਸੋਹੀ ਨੂੰ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਸਾਡੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਸਾਡੇ ਦਰਸ਼ਕ ਸਭ ਤੋਂ ਪਹਿਲਾਂ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਹੈ, ਤੁਸੀਂ ਆਪਦੇ ਬਾਰੇ ਕੁਝ ਵੀ ਦੱਸੋ। ਸੋ ਮੇਰਾ ਨਾਮ ਅਤਿੰਦਰ ਸੋਹੀ, ਮੈਂ ਐਜ਼ ਅ ਡੈਂਟਿਸਟ ਕੰਮ ਕਰਦੀ ਹਾਂ। ਮੇਰਾ ਪਿਛੋਕੜ ਹੈ ਮੋਹਾਲੀ, ਪੰਜਾਬ ਤੋਂ। ਮੈਂ ਆਪਣੀ ਸਕੂਲਿੰਗ ਕੀਤੀ ਹੈ ਨੈਸ਼ਨਲ ਡੈਂਟਲ ਕਾਲਜ ਡੇਰਾਬੱਸੀ ਅਤੇ ਇੱਥੇ ਆ ਕੇ ਮੈਂ ਆਪਣੀ ਪੜ੍ਹਾਈ ਅਪਗ੍ਰੇਡ ਕੀਤੀ ਹੈ ਫਰੋਮ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ, ਲਾਸ ਐਂਜਲਸ। ਉਸ ਤੋਂ ਬਾਅਦ ਜਦੋਂ ਪੜ੍ਹਾਈ ਖਤਮ ਕਰਨ ਤੋਂ ਬਾਅਦ USA ਤੋਂ ਕੈਨੇਡਾ ਆ ਕੇ ਮੈਨੂੰ ਇੱਥੇ ਕੰਮ ਕਰਦੇ ਹੋਏ BC 'ਚ 7 ਸਾਲ ਹੋ ਗਏ ਹੈ। ਹੁਣ ਪਿਛਲੇ 1.25 ਕੁ ਸਾਲ ਤੋਂ ਮੈਂ ਆਪਣੀ ਕਲੀਨਿਕ ਰਨ ਕਰ ਰਹੀ ਹਾਂ ਐਜ਼ ਅ ਬ੍ਰਿਕਯਾਰਡ ਸਟੇਸ਼ਨ ਡੈਂਟਲ ਕਲੋਵਰਡੇਲ ਦੇ ਵਿੱਚ। ਨਾਈਸ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਦੇਖਿਆ ਜਾਂਦਾ ਹੈ ਕਰੋਨਾ ਵਾਇਰਸ ਦੇ ਦਿਨਾਂ ਦੇ ਵਿੱਚ ਬਾਹਰ ਲੋਕਾਂ ਨੇ ਸੈਨੀਟਾਈਜ਼ਰ ਰੱਖੇ ਹੋਏ ਹੈ ਜਾਂ ਉਹ ਮਾਸਕ ਪਾ ਕੇ ਜਾਂਦੇ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਇੱਕ ਡੈਂਟਲ ਕਲੀਨਿਕ ਵਿੱਚ ਪੋਸੀਬਲ ਹੈ ਕਿ ਅਸੀਂ ਮਾਸਕ ਪਾ ਕੇ ਟਰੀਟਮੈਂਟ ਕਰਾ ਸਕੀਏ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਤੁਸੀਂ ਕੀ ਸਾਵਧਾਨੀਆਂ ਵਰਤ ਰਹੇ ਹੋ? ਕਰੋਨਾ ਵਾਇਰਸ ਇੱਕ ਪੈਂਡੈਮਿਕ ਹੈ ਜਿੰਨਾ ਕਿਉਂਕਿ ਇਹਦੇ ਬਾਰੇ ਨਾ ਹਜੇ ਵੈਕਸੀਨ ਹੈ, ਨਾ ਪੂਰੀ ਨੌਲੇਜ ਹੈ। ਇਹ ਨਵੀਂ ਤਰ੍ਹਾਂ ਦੀ ਵਾਇਰਸ ਹੈ। ਸੋ ਜਿੰਨਾ ਆਮ ਲੋਕਾਂ ਦੀ ਤਰ੍ਹਾਂ ਹੀ ਅਸੀਂ ਵੀ ਉਨੇ ਹੀ ਐਂਸ਼ੀਅਸ ਹੋ ਜਾਂਦੇ ਹਾਂ, ਅਸੀਂ ਵੀ ਡਰਦੇ ਹਾਂ। ਟੂ ਬੀ ਓਨੈਸਟ, ਮੈਨੂੰ ਆਪ ਨੂੰ ਵੀ 1 ਹਫ਼ਤਾ ਲੱਗਿਆ ਆਪਣੇ ਮਾਈਂਡ ਨੂੰ ਪ੍ਰੀਪੇਅਰ ਕਰਨ ਲਈ ਕਿ ਮੈਂ ਦੁਬਾਰਾ ਕੰਮ 'ਤੇ ਆਵਾਂ, ਕਿਉਂਕਿ ਕਿਸੇ ਦੇ ਮੂੰਹ ਵਿੱਚ ਇੰਨੀ ਨੇੜਿਓਂ ਕੰਮ ਕਰਨਾ ਇਟਸ ਨਾਟ ਈਜ਼ੀ। ਮੈਂਟਲੀ ਯੂ ਹੈਵ ਟੂ ਬੀ ਰੀਅਲੀ ਸਟਰੋਂਗ। ਪਰ ਸਾਨੂੰ ਕਾਲਜ ਨੇ ਸਾਨੂੰ ਗਾਈਡਲਾਈਨਸ ਦਿੱਤੀਆਂ, ਸਾਨੂੰ ਪੂਰਾ ਗਾਈਡ ਕੀਤਾ ਕਿ ਤੁਸੀਂ ਕਿਵੇਂ ਕੰਮ ਸ਼ੁਰੂ ਕਰਨਾ ਹੈ। 2 ਹਫ਼ਤੇ ਮੈਂ ਸਟਾਫ ਦੀ ਟ੍ਰੇਨਿੰਗ ਕੀਤੀ, ਸਾਰੇ ਚੇਂਜਸ ਕੀਤੇ ਕਲੀਨਿਕ ਵਿੱਚ। ਫਿਰ ਹੁਣ ਅਸੀਂ 3 ਪਾਰਟਸ ਸਕਰੀਨਿੰਗ ਵੀ ਕਰਦੇ ਹਾਂ। ਪਹਿਲਾਂ ਫੋਨ 'ਤੇ ਪੇਸ਼ੈਂਟ ਦੀ ਸਕਰੀਨਿੰਗ ਹੁੰਦੀ ਆ, ਉਹ ਤੋਂ ਸਾਰਾ ਪੁੱਛਿਆ ਜਾਂਦਾ ਹੈ ਕਿਤੇ ਗਏ ਤਾਂ ਨਹੀਂ 2 ਹਫ਼ਤੇ ਦੇ, ਖੰਘ ਜ਼ੁਕਾਮ ਕੋਈ ਇਹੋ ਜਿਹੇ ਸਿੰਪਟਮਸ ਤਾਂ ਨਹੀਂ ਹੈਗੇ। ਉਸ ਤੋਂ ਬਾਅਦ ਜਦੋਂ ਆਉਂਦੇ ਆ ਉਹਨਾਂ ਨੂੰ ਕਿਹਾ ਜਾਂਦਾ ਹੈ ਤੁਸੀਂ ਮਾਸਕ ਪਾ ਕੇ ਹੀ ਆਉਣਾ ਹੈ, ਕਲੀਨਿਕ ਦੇ ਵਿੱਚ ਐਂਟਰ ਹੋਣਾ ਹੈ। 1% ਤੁਹਾਡੇ ਕੋਲ ਨਹੀਂ ਹੈਗਾ ਮਾਸਕ, ਅਸੀਂ ਬਾਹਰ ਡੋਰ 'ਤੇ ਆਪ ਜਾ ਕੇ ਉਹਨਾਂ ਨੂੰ ਫੜਾਉਂਦੇ ਹਾਂ ਮਾਸਕ। ਫਿਰ ਉਹ ਆਉਂਦੇ ਆ, ਉਹਨਾਂ ਦਾ ਟੈਂਪਰੇਚਰ ਲਿਆ ਜਾਂਦਾ ਹੈ। ਫਿਰ ਦੁਬਾਰਾ ਉਹੀ ਸਕਰੀਨਿੰਗ ਦੇ ਕੁਐਸਚਨਸ ਫਿਰ ਦੁਬਾਰਾ ਪੁੱਛ ਕੇ ਸਾਈਨ ਕੀਤੇ ਜਾਂਦੇ ਆ। ਸੋ 3rd ਸਕਰੀਨਿੰਗ ਹੁੰਦੀ ਹੈ, ਅੰਦਰ ਆ ਗਿਆ ਪੇਸ਼ੈਂਟ 1-on-1 ਵਿਦ ਡੈਂਟਿਸਟ ਹੈ, ਉਦੋਂ ਫਿਰ ਅਸੀਂ ਸਕਰੀਨਿੰਗ, ਫਿਰ ਸਾਰੇ ਕੁਐਸਚਨਸ ਪੁੱਛਦੇ ਹਾਂ ਅਤੇ ਉਹਨਾਂ ਤੋਂ ਕੰਫਰਟ ਜ਼ੋਨ ਪੁੱਛਦੇ ਹਾਂ ਵੀ ਅਸੀਂ ਜੇ ਤੁਹਾਡਾ ਟਰੀਟਮੈਂਟ ਕਰ ਰਹੇ ਹਾਂ, ਤੁਸੀਂ ਕੰਫਰਟੇਬਲ ਹੈਗੇ ਆ ਕਰਵਾਉਣ ਵਿੱਚ ਅਤੇ ਅਸੀਂ ਵੀ ਕੰਫਰਟੇਬਲ ਹੋਈਏ ਕਰਨ ਵਿੱਚ। ਸੋ ਸਕਰੀਨਿੰਗ ਮੋਸਟ ਇੰਪੋਰਟੈਂਟ ਪਾਰਟ ਹੈ ਡੈਂਟਿਸਟ ਦੇ ਵਿੱਚ। ਉਹਦੇ ਵਿੱਚ ਹੀ ਸਾਰਾ ਕੁਛ ਸਾਹਮਣੇ ਆ ਜਾਂਦਾ ਆ ਮੋਸਟ ਆਫ ਦ ਟਾਈਮ। ਟੈਂਪਰੇਚਰ ਲੈ ਕੇ ਵੀ ਰਹਿੰਦਾ ਹੁੰਦਾ, ਸ਼ੱਕ ਚਲਾ ਜਾਂਦਾ ਹੈ। ਸੋ ਬਹੁਤ ਜ਼ਿਆਦਾ ਪ੍ਰੀਕਾਸ਼ਨਸ ਲੈ ਕੇ ਕੰਮ ਕਰੀਦਾ ਹੈ। ਹੁਣ ਕੰਫਰਟ ਜ਼ੋਨ ਸਾਡਾ ਵੀ ਵੱਧ ਰਿਹਾ, ਪੇਸ਼ੈਂਟਸ ਦਾ ਵੀ ਵੱਧ ਰਿਹਾ। ਅਤੇ ਡਾਕਟਰ ਸਾਹਿਬ, ਇੱਕ ਗੱਲ ਹੋਰ ਦੱਸੋ ਵੀ ਕੀ ਸਾਡੇ ਦੁੱਧ ਵਾਲੇ ਦੰਦ ਓਨੇ ਹੀ ਜ਼ਰੂਰੀ ਹੈ ਜਿੰਨੇ ਸਾਡੇ ਪੱਕੇ ਦੰਦ? ਸਾਨੂੰ ਕਦੋਂ ਤੋਂ ਦੰਦਾਂ ਦੀ ਸੰਭਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ? ਸੋ ਜਦੋਂ ਬੱਚੇ ਦੇ 6 ਮਹੀਨੇ ਤੋਂ ਪਹਿਲਾ ਦੰਦ ਨਿਕਲਦਾ ਹੈ, ਸੋ ਉਸ ਤੋਂ ਬਾਅਦ ਕਈਆਂ ਦਾ 6 ਮਹੀਨੇ ਤੋਂ ਲੇਟ ਵੀ ਹੋ ਜਾਂਦਾ ਹੈ। ਸੋ 6 ਮਹੀਨੇ ਤੋਂ 1 ਸਾਲ ਦੇ ਵਿੱਚ ਪਹਿਲਾ ਡੈਂਟਲ ਚੈੱਕਅਪ ਹੋਣਾ ਚਾਹੀਦਾ ਹੈ। ਉਹਦੇ ਵਿੱਚ ਅਸੀਂ ਪੇਰੈਂਟਸ ਨੂੰ ਵੀ ਸਾਰਾ ਓਰਲ ਹਾਈਜੀਨ ਵੀ ਕਿੱਦਾਂ ਆਪਣੇ ਦੰਦਾਂ ਦੀ ਸਫਾਈ ਕਰਨੀ ਹੈ, ਬੱਚਿਆਂ ਲਈ ਕੀ ਹਦਾਇਤਾਂ ਜ਼ਰੂਰੀ ਨੇ, ਖਾਣ ਪੀਣ ਦਾ ਧਿਆਨ ਰੱਖਣਾ ਹੈ, ਬੱਚਿਆਂ ਨੂੰ ਕਿਵੇਂ ਦੰਦਾਂ ਦਾ ਤੁਸੀਂ ਉਹ ਟ੍ਰੇਨਿੰਗ ਪਾਰਟ ਸ਼ੁਰੂ ਹੋ ਜਾਂਦਾ ਹੈ। ਅਤੇ ਇੱਕ ਬੱਚੇ ਦਾ ਵੀ ਮੈਂਟਲ ਡਿਵੈਲਪਮੈਂਟ ਹੋ ਜਾਂਦਾ ਹੈ ਕਿ ਸਾਡੇ ਕੋਲ ਆਉਣ, ਉਹਨਾਂ ਨੂੰ ਇੱਕ ਡੈਂਟਲ ਇਨਵਾਇਰਨਮੈਂਟ ਦਾ ਪਤਾ ਲੱਗਣ ਲੱਗ ਜਾਂਦਾ ਹੈ। ਸੋ ਆਈ ਵੁੱਡ ਸੇ ਕਿ 6 ਮਹੀਨੇ ਤੋਂ 1 ਸਾਲ ਦੇ ਵਿੱਚ ਪਹਿਲਾ ਡੈਂਟਲ ਚੈੱਕਅਪ ਹੋਣਾ ਚਾਹੀਦਾ ਹੈ। ਦੁੱਧ ਵਾਲੇ ਦੰਦ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਉਹ ਬੇਸ ਨੇ ਪੱਕੇ ਦੰਦਾਂ ਲਈ।
ਜੇ ਉਹਨਾਂ ਵਿੱਚ ਕੋਈ ਇਨਫੈਕਸ਼ਨ ਜਾਂ ਕੁਝ ਵੀ ਕੀੜਾ ਲੱਗ ਜਾਂਦਾ ਹੈ ਤਾਂ ਉਹ ਥੱਲੇ ਜਿਹੜੇ ਪੱਕੇ ਦੰਦ ਉਹਨਾਂ ਦੀ ਜਗ੍ਹਾ 'ਤੇ ਆਉਣੇ ਉਹਨਾਂ ਨੂੰ ਇਫੈਕਟ ਕਰਦੇ ਆ, ਤੇ ਜਗ੍ਹਾ ਦੀ ਵੀ ਪ੍ਰੋਬਲਮ ਹੁੰਦੀ ਹੈ। ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਆ ਆਪਾਂ ਸ਼ੁਰੂ ਤੋਂ ਹੀ ਧਿਆਨ ਰੱਖੀਏ। ਕਈ ਬੱਚਿਆਂ ਦੇ ਦੇਖਿਆ ਜਾਂਦਾ ਹੈ ਕਿ ਦੰਦਾਂ ਦੇ ਪਿੱਛੇ ਦੰਦ ਆਉਣੇ ਸ਼ੁਰੂ ਹੋ ਜਾਂਦੇ ਹੈ ਜਾਂ ਉਹਨਾਂ ਦੇ ਆਪਣੇ ਦੰਦ ਵਿੰਗੇ ਹੁੰਦੇ ਹੈ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸੋ ਉਹਦੇ ਵਿੱਚ ਅਸੀਂ ਜੇ ਬੱਚਾ ਰੈਗੂਲਰ ਚੈੱਕਅਪ ਆਉਂਦਾ ਹੈ ਤਾਂ 8 ਤੋਂ 9 ਸਾਲ ਦੀ ਉਮਰ ਦੇ ਵਿੱਚ ਸਾਨੂੰ ਪਤਾ ਲੱਗਣ ਲੱਗ ਜਾਂਦਾ ਹੈ ਕਿ ਜਗ੍ਹਾ ਦੀ ਪ੍ਰੋਬਲਮ ਹੋ ਰਹੀ ਹੈ, ਜਾਂ ਤਾਂ ਜਗ੍ਹਾ ਘੱਟ ਹੈ ਜਾਂ ਜ਼ਿਆਦਾ ਹੈ, ਵੀ ਬਿਰਲੇ ਹੋਣਗੇ ਦੰਦ ਜਾਂ ਅੱਗੇ ਪਿੱਛੇ ਆਉਣਗੇ। ਫਿਰ ਅਸੀਂ ਉਹਨਾਂ ਨੂੰ ਪੇਰੈਂਟਸ ਨੂੰ ਦੱਸ ਦਿੰਦੇ ਹਾਂ, ਬੱਚਿਆਂ ਨੂੰ ਵੀ ਗਾਈਡ ਕਰਦੇ ਹਾਂ ਕਿ ਹੁਣ ਤੁਹਾਨੂੰ ਗਾਂ ਸਪੈਸ਼ਲਿਸਟ ਕੋਲ ਅਸੀਂ ਰੈਫਰ ਕਰਾਂਗੇ, ਅਤੇ ਉਹ ਉਹਨਾਂ ਦੇ ਟਰੀਟਮੈਂਟ ਕਰਨ ਦੇ ਬਹੁਤ ਜ਼ਿਆਦਾ ਤਰੀਕੇ ਨੇ। ਤਾਰਾਂ ਲਵਾ ਸਕਦੇ ਹਾਂ, ਇਨਵਿਜ਼ਲਾਈਨ ਹੈ, ਕਾਫੀ ਟਰੀਟਮੈਂਟਸ ਹੈਗੀਆਂ ਉਹਨਾਂ ਦੀਆਂ। ਇੱਕ ਜਦੋਂ ਅਸੀਂ ਡੈਂਟਲ ਕਲੀਨਿਕ ਦੀ ਗੱਲ ਕਰਦੇ ਹਾਂ ਤਾਂ ਇੱਕ ਵੱਡਾ ਖਰਚਾ ਸਾਡੇ ਸਾਹਮਣੇ ਆ ਜਾਂਦਾ ਹੈ। ਬਹੁਤ ਸਾਰੇ ਲੋਕ ਕਹਿੰਦੇ ਆ ਕਿ ਅਸੀਂ ਹੋਮ ਰੈਮਡੀਜ਼ ਕਰਕੇ ਠੀਕ ਹੋ ਜਾਵਾਂਗੇ, ਇੱਕ ਡੈਂਟਲ ਕਲੀਨਿਕ ਵਿਜ਼ਿਟ ਕਰਨ ਤੋਂ ਡਰਦੇ ਹੈ। ਤੁਸੀਂ ਕੀ ਕਹਿਣਾ ਚਾਹੋਗੇ ਕਿ ਹੋਮ ਰੈਮਡੀਜ਼ ਇੱਕ ਪਰਮਾਨੈਂਟ ਸੋਲਿਊਸ਼ਨ ਹੈ ਜਾਂ ਉਹਨਾਂ ਨੂੰ ਡਾਕਟਰ ਕੋਲ ਵਿਜ਼ਿਟ ਕਰਨਾ ਚਾਹੀਦਾ ਹੈ? ਹੋਮ ਰੈਮੀਡੀਜ਼ ਪਰਮਾਨੈਂਟ ਸੋਲਿਊਸ਼ਨ ਨਹੀਂ ਹੈ, ਕਿਉਂਕਿ ਇੱਕ ਵਾਰ ਡਾਕਟਰ ਕੋਲ ਜ਼ਰੂਰ ਆਉਣਾ ਚਾਹੀਦਾ। ਐਟਲੀਸਟ ਅਸੀਂ ਇੱਕ ਛੋਟਾ ਜਿਹਾ ਐਕਸਰੇ ਲੈ ਕੇ ਤੇ ਮਾੜਾ ਮੋਟਾ ਚੈੱਕਅਪ ਕਰਕੇ ਉਹਨਾਂ ਨੂੰ ਦੱਸ ਸਕਦੇ ਹਾਂ। ਉਹਦਾ ਖਰਚਾ ਜ਼ਿਆਦਾ ਨਹੀਂ ਹੁੰਦਾ, $50 ਤੋਂ $60 ਦੇ ਵਿੱਚ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਕੀ ਕਰਾਉਣਾ ਆ। ਕਿਉਂਕਿ ਜੇ ਛੋਟੀ ਪ੍ਰੋਬਲਮ ਆ ਤਾਂ ਉਹ ਕਈ ਵਾਰ ਟੈਨਸ਼ਨ ਲੈ ਰਹੇ ਹੁੰਦੇ ਆ, ਉਹਦਾ ਵੀ ਪਤਾ ਲੱਗ ਜਾਂਦਾ ਵੀ ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਜੇ ਵੱਡੀ ਪ੍ਰੋਬਲਮ ਆ ਤਾਂ ਤੁਸੀਂ ਘਰੇ ਹੀ ਬੈਠੇ ਹੋ ਤਾਂ ਉਹ ਵੀ ਵੱਧ ਸਕਦੀ ਆ, ਇਨਫੈਕਸ਼ਨ ਹੋ ਸਕਦੀ ਆ, ਪਸ ਪੈ ਸਕਦੀ ਆ, ਉਹਦੇ ਨਾਲ ਹੋਰ ਜ਼ਿਆਦਾ ਪ੍ਰੋਬਲਮ ਹੋ ਸਕਦੀ ਆ। ਇਸ ਕਰਕੇ ਇੱਕ ਵਾਰ ਜ਼ਰੂਰ ਆਓ, ਖਰਚੇ ਤੋਂ ਨਾ ਡਰੋ। ਪਹਿਲਾਂ ਇੱਕ ਵਾਰ ਚੈੱਕਅਪ ਕਰਾਉਣ ਦਾ ਕੋਈ ਮੁੱਲ ਜ਼ਿਆਦਾ ਨਹੀਂ ਹੈਗਾ, $50-60 ਆਈ ਥਿੰਕ ਵੀ ਇੱਥੇ ਹਰ ਕੋਈ ਅਫੋਰਡ ਕਰ ਹੀ ਸਕਦਾ ਆ। ਉਹ ਕਰਾ ਕੇ ਤੁਹਾਨੂੰ ਨੌਲੇਜ ਹੋਵੇ, ਟਰੀਟਮੈਂਟ ਕਰਾਉਣੀ ਨਹੀਂ ਕਰਾਉਣੀ ਗਾਂ ਉਹ ਤੁਹਾਡੀ ਮਰਜ਼ੀ ਆ। ਅਕਸਰ ਦੇਖਿਆ ਜਾਂਦਾ ਹੈ ਜਦੋਂ ਬਜ਼ੁਰਗ ਆਪਣੇ ਦੰਦ ਨਿਕਲਵਾ ਦਿੰਦੇ ਆ, ਉਹ ਘਰੋਂ ਬਾਹਰ ਜਾਣ ਲੱਗਿਆਂ ਸ਼ਾਈ ਮਹਿਸੂਸ ਕਰਦੇ ਆ। ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਸੋਹਣੇ ਨਹੀਂ ਲੱਗ ਰਹੇ, ਕਿਸੇ ਨੂੰ ਵੀ ਫੇਸ ਕਰਨ ਲੱਗਿਆਂ ਘਬਰਾਉਂਦੇ ਆ, ਹੈ ਨਾ। ਕੀ ਕੋਈ ਅਜਿਹਾ ਟਰੀਟਮੈਂਟ ਵੀ ਹੈ ਕਿ ਜਿਸ ਦਿਨ ਅਸੀਂ ਦੰਦ ਨਿਕਲਵਾਈਏ ਸੇਮ ਡੇ ਤੁਸੀਂ ਵੀ ਉਹਨਾਂ ਨੂੰ ਦੰਦ ਲਾ ਸਕੀਏ? ਸੋ ਬਜ਼ੁਰਗਾਂ ਲਈ ਬਹੁਤ ਹੈਗਾ ਕਿ ਦੰਦ ਨਿਕਲ ਜਾਂਦੇ ਹੈ ਅਤੇ ਬਾਅਦ ਵਿੱਚ ਇੱਕ ਤਾਂ ਉਹਨਾਂ ਨੂੰ ਸੁਹੱਪਣ ਦਾ ਤਾਂ ਚਲੋ ਉਹਨਾਂ ਦੀ ਥੋੜ੍ਹੀ ਏਜ ਹੁੰਦੀ ਹੈ, ਇੰਨਾ ਫਿਰ ਸੈਕੰਡਰੀ ਹੋ ਜਾਂਦਾ ਹੈ। ਬਟ ਖਾਣ ਪੀਣ ਦਾ ਮੈਂ ਬਹੁਤ ਦੇਖਿਆ ਹੈ, ਕਈ ਬਜ਼ੁਰਗ ਕਿੰਨੇ ਮਹੀਨੇ ਦੰਦ ਨਹੀਂ ਲਵਾਉਂਦੇ ਅਤੇ ਉਹਨਾਂ ਦਾ 7 ਤੋਂ 8 ਕਿਲੋ ਭਾਰ ਘਟਿਆ ਹੁੰਦਾ ਜਦੋਂ ਸਾਡੇ ਕੋਲ ਆਉਂਦੇ ਹੈ। ਮੈਨੂੰ ਬਹੁਤ ਬੈਡ ਫੀਲ ਹੁੰਦਾ ਹੈ ਕਿ ਪਤਾ ਨਹੀਂ ਉਹ ਕਿਉਂ ਨਹੀਂ ਲਵਾਉਂਦੇ, ਮੇ ਬੀ ਫਾਈਨੈਂਸ਼ੀਅਲ ਰੀਜ਼ਨਸ ਹੋ ਸਕਦੇ ਆ। ਬਟ ਕਾਫੀ ਆਪਸ਼ਨਸ ਹੁੰਦੀਆਂ ਹੈ ਕਿ ਜੇ ਤੁਸੀਂ ਦੰਦ ਨਿਕਲਵਾਉਣੇ ਹੈ, ਤੁਸੀਂ ਪਹਿਲਾਂ ਹੀ ਆਪਣੇ ਡਾਕਟਰ ਨਾਲ ਬੈਠ ਕੇ ਡਿਸਕਸ ਕਰੋ ਵੀ ਤੁਹਾਡੀਆਂ ਕੀ ਤੁਸੀਂ ਚਾਹੁੰਦੇ ਹੋ। ਕਿਉਂਕਿ ਕਈ ਆਪਸ਼ਨਸ ਹੈ, ਜਿਵੇਂ ਜਿਹੜੇ ਦਿਨ ਅਸੀਂ ਦੰਦ ਕੱਢਦੇ ਹਾਂ ਉਸੇ ਦਿਨ ਹੀ ਦੰਦ ਵੀ ਲਾ ਸਕਦੇ ਹਾਂ। ਉਹਨੂੰ ਕਹਿੰਦੇ ਇਮੀਡੀਏਟ ਡੈਂਚਰ, ਵੀ ਨਾਲ ਦੀ ਨਾਲ ਦੰਦ ਕੱਢਤੇ ਅਤੇ ਉਸੇ ਦਿਨ ਲਾ ਦਿੱਤੇ। ਅਤੇ ਇੱਕ ਹੁੰਦਾ ਸਟੈਂਡਰਡ ਡੈਂਚਰਸ, ਵੀ ਜਿਵੇਂ ਦੰਦ ਕੱਢੇ ਫਿਰ ਜ਼ਖਮ ਬੂਟਾਂ ਨੂੰ ਤੁਸੀਂ ਭਰਨ ਦਿੱਤਾ, ਜ਼ਖਮ ਭਰ ਗਏ ਅਤੇ ਫਿਰ ਲਾਏ ਉਹ 3 ਤੋਂ 4 ਹਫ਼ਤੇ ਬਾਅਦ, ਜਿਵੇਂ ਵੀ ਕਿਸੇ ਦੀ ਵੀ ਹੀਲਿੰਗ ਹੈ ਬੋਡੀ ਦੀ ਉਸ ਹਿਸਾਬ ਨਾਲ। ਹੋਰ ਹੁੰਦਾ ਕਿ ਇੰਪਲਾਂਟ ਸਪੋਰਟਡ ਡੈਂਚਰਸ ਹੁੰਦੇ ਹੈ ਕਿ ਇੰਪਲਾਂਟ ਲਾ ਕੇ ਉੱਤੇ ਡੈਂਚਰ ਲਾ ਦਿਓ, ਉਹ ਪੱਕਾ ਟਰੀਟਮੈਂਟ ਆ, ਉਹਨੂੰ ਬਾਰ-ਬਾਰ ਕੱਢਣਾ ਨਹੀਂ ਪੈਂਦਾ। ਸੋ ਆਪਣੇ ਡਾਕਟਰ ਨਾਲ ਗੱਲ ਕਰੋ, ਬਹੁਤ ਜ਼ਿਆਦਾ ਆਪਸ਼ਨਸ ਆ ਜਿਹਦੇ ਨਾਲ ਤੁਸੀਂ ਆਪਣਾ ਸਿਹਤ ਦਾ ਵੀ ਧਿਆਨ ਰੱਖ ਸਕਦੇ ਹੋ, ਖਾਣ ਪੀਣ ਦਾ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ। ਸੋ ਇੱਕ ਵਾਰ ਗੱਲ ਕਰਨ ਦੀ ਹੁੰਦਾ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਦੰਦ ਰੋਜ਼ ਕਲੀਨ ਕਰਦੇ ਹਾਂ, ਫਲੋਸ ਕਰਦੇ ਹਾਂ, ਫਿਰ ਵੀ ਸਾਨੂੰ ਦੰਦਾਂ ਦੀ ਦਿੱਕਤ ਆ ਰਹੀ ਹੈ। ਵੀ ਉਹ ਕੀ ਰੀਜ਼ਨ ਹੁੰਦਾ, ਉਹ ਕਿੱਥੇ ਗਲਤੀ ਕਰ ਰਹੇ ਆ? ਕਿ ਕੋਈ ਖਾਣ ਪੀਣ ਦਾ ਉਹਨਾਂ ਦਾ ਗਲਤ ਹੋ ਰਿਹਾ ਹੈ ਜਾਂ ਉਹ ਬਰੱਸ਼ ਨਹੀਂ ਠੀਕ ਤਰ੍ਹਾਂ ਕਰ ਰਹੇ? ਕੀ ਤੁਸੀਂ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਡੈਮੋ ਦੇ ਸਕਦੇ ਹੋ, ਦੱਸ ਸਕਦੇ ਹੋ ਕਿ ਅਸੀਂ ਕਿਵੇਂ ਬਰੱਸ਼ ਕਰਨਾ ਚਾਹੀਦਾ ਸਾਨੂੰ? ਸੋ ਸਾਡੇ ਕੋਲ ਪੇਸ਼ੈਂਟਸ ਆਉਂਦੇ ਹੋ, ਕਹਿੰਦੇ ਅਸੀਂ 2 ਤੋਂ 3 ਵਾਰੀ ਬਰੱਸ਼ ਕਰਦੇ ਹਾਂ, ਫਲੋਸ ਵੀ ਕਰਦੇ ਹਾਂ। ਬਟ 2 ਤੋਂ 3 ਵਾਰੀ ਬਰੱਸ਼ ਕਰਨ ਦੀ ਗੱਲ ਨਹੀਂ ਹੈ, ਗੱਲ ਇਹ ਹੈ ਕਿ ਸਹੀ ਢੰਗ ਨਾਲ ਬਰੱਸ਼ ਕੀਤਾ ਜਾਵੇ। ਥੋੜ੍ਹਾ ਜਿਹਾ ਕਾਹਲੀ, ਹੁਣ ਜੇ ਤੁਸੀਂ 20 ਸੈਕਿੰਡ ਹੀ ਸਾਰੇ ਦੰਦ 'ਤੇ ਲਾਤੇ ਹੈ ਅਤੇ ਉਹ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਅੱਧਾ ਛੱਡਤਾ ਅਤੇ ਅੱਧਾ ਮਤਲਬ ਕੁਛ ਕੀਤਾ ਵੀ ਹੋਊਗਾ ਉਨੇ ਕੁ ਟਾਈਮ ਵਿੱਚ। ਸੋ ਜ਼ਰੂਰੀ ਹੈ ਕਿ ਤੁਸੀਂ ਟਾਈਮ ਲਾਓ, 2 ਮਿੰਟ 2 ਤੋਂ 2.5 ਮਿੰਟ ਆਰਾਮ ਨਾਲ ਆਪਣੇ ਦੰਦਾਂ 'ਤੇ ਟਾਈਮ ਲਾਓ ਅਤੇ ਟੈਕਨੀਕ ਜਿਹੜਾ ਹੈਗਾ ਆ ਉਹ ਸਹੀ ਫੋਲੋ ਕਰੋ, ਤਾਂ ਹੀ ਫਾਇਦਾ ਹੈ। ਨਹੀਂ ਤਾਂ ਇੱਦਾਂ ਤਾਂ ਕਹਿਣ ਨੂੰ ਕਈ ਜੋ 5 ਵਾਰੀ ਵੀ ਕਰਦੇ ਹਾਂ ਬਟ ਉਹ ਦਿਖਦਾ ਨਹੀਂ ਹੁੰਦਾ। ਸੋ ਇਹ ਬਹੁਤ ਜ਼ਰੂਰੀ ਹੈ ਕਿ ਸਹੀ ਢੰਗ ਨਾਲ ਬਰੱਸ਼ ਕੀਤਾ ਜਾਵੇ। ਸੋ ਮੈਂ ਤੁਹਾਨੂੰ ਦਿਖਾ ਸਕਦੀ ਹਾਂ ਕਿ ਬੇਸਿਕ ਟੈਕਨੀਕ ਕਿਵੇਂ ਤੁਸੀਂ ਆਪਣੇ ਦੰਦਾਂ ਨੂੰ ਬਰੱਸ਼ ਕਰ ਸਕਦੇ ਹੋ, ਜਿਹਦੇ ਨਾਲ ਤੁਹਾਨੂੰ
ਫਾਇਦਾ ਹੋਵੇ। ਬਾਕੀ ਦੰਦਾਂ ਦੇ ਨਾਲ ਮਸੂੜਿਆਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ, ਕਿਉਂਕਿ ਉੱਥੇ ਵੀ ਫੂਡ ਜੰਮ ਕੇ ਸੌਫਟ ਫਿਲਮ ਬਣ ਜਾਂਦੀ ਹੈ, ਜਿਹਨੂੰ ਪਲਾਕ ਕਹਿੰਦੇ ਆ। ਉਹਦੇ ਨਾਲ ਵੀ ਜਿਹੜੀਆਂ ਗਮਸ ਦੀਆਂ ਪ੍ਰੋਬਲਮਸ ਹੈ ਉਹ ਸ਼ੁਰੂ ਹੋ ਜਾਂਦੀਆਂ ਹੈ। ਸੋ ਦੰਦਾਂ ਤੇ ਮਸੂੜਿਆਂ ਦਾ ਖਿਆਲ ਰੱਖਣਾ ਇਕੱਠਾ ਬਹੁਤ ਜ਼ਰੂਰੀ ਹੈ। ਤਾਂ ਸਪੋਜ਼ ਕਰੋ ਜਿਵੇਂ ਆ ਤੁਹਾਡੇ ਉੱਪਰਲੇ ਦੰਦ ਨੇ ਮਾਡਲ ਇਹਨਾਂ ਥੋੜ੍ਹਾ ਜਿਹਾ ਦੰਦ ਇੱਥੋਂ ਮਿਸਿੰਗ ਹੈ। ਸੋ ਸਪੋਜ਼ ਕਰੋ ਇਹ ਤੁਹਾਡੇ ਉੱਪਰਲੇ ਦੰਦ ਨੇ, ਆਪਣਾ ਬਰਸ਼ ਰੱਖਣਾ ਹੈ 45 ਡਿਗਰੀ ਐਂਗਲ 'ਤੇ, ਸਮਾਲ ਸਰਕਲਸ ਦੇ ਵਿੱਚ ਜਾ ਕੇ ਐਵੇਂ ਰਾਊਂਡ ਤੇ ਲਾਸਟ ਵਰਡ ਵਿਲ ਬਾਹਰ ਨੂੰ ਜਾਏਗਾ। ਇੱਦਾਂ ਸਮਾਲ ਸਰਕਲਸ, ਇਹਦੇ ਵਿੱਚ ਕੀ ਹੋ ਰਿਹਾ ਕਿ ਤੁਸੀਂ ਆਪਣੇ ਦੰਦ ਤੇ ਮਸੂੜੇ ਦੋਨਾਂ ਦੀ ਚੰਗੀ ਤਰ੍ਹਾਂ ਕਲੀਨਿੰਗ ਤੇ ਮਸਾਜ ਵੀ ਹੋ ਰਹੀ ਹੈ। ਸੋ ਐਵੇਂ ਕਰਕੇ ਐਵੇਂ। ਸੋ ਹੁਣ ਜੇ ਆਈ ਆਪਾਂ ਉੱਪਰਲੇ ਦੰਦ ਜਿਵੇਂ ਮੂਹਰਲੇ ਦੰਦ ਨੇ ਤਾਂ ਇਹਨਾਂ ਨੂੰ ਆਪਾਂ ਉੱਪਰ ਥੱਲੇ ਕਰ ਸਕਦੇ ਹਾਂ। ਉੱਪਰ ਥੱਲੇ ਕਰੋ। ਤਾਂ ਸੇਮ ਹੀ ਤਰੀਕਾ ਹੈ ਕਿ ਅੰਦਰ ਵਾਲੇ ਪਾਸੇ ਵੀ ਤੁਸੀਂ ਇੱਦਾਂ ਕਰਕੇ ਇਹਨੂੰ ਬਾਹਰਲੇ ਪਾਸੇ ਲੈ ਕੇ ਜਾ ਰਹੇ ਹੋ, ਇੱਦਾਂ ਉੱਪਰ ਥੱਲੇ ਕਰ ਰਹੇ ਹੋ। ਸੋ ਇੱਕ ਪਾਸਿਓਂ ਜਾ ਕੇ ਤੁਸੀਂ ਦੂਜੇ ਪਾਸੇ ਤੱਕ ਐਵੇਂ ਸੇਮ ਕਰਨਾ ਹੈ, ਤਾਂ ਕਿ ਤੁਹਾਡੀ ਹਰ ਇੱਕ ਦੰਦ ਤੇ ਹਰ ਇੱਕ ਸਰਫੇਸ ਕਲੀਨ ਹੋਵੇ। ਤਾਂ ਓਬਵੀਅਸਲੀ ਜਿਹੜੀਆਂ ਉੱਪਰ ਵਾਲੀਆਂ ਸਰਫੇਸਿਸ ਹੈ ਇਹਨਾਂ ਨੂੰ ਤਾਂ ਤੁਸੀਂ ਐਵੇਂ ਹੀ ਕਲੀਨ ਕਰਨਾ ਹੈ। ਸੋ ਇੱਦਾਂ ਹੀ ਮੈਂ ਤੁਹਾਨੂੰ ਥੱਲੇ ਵਾਲੇ ਦੰਦਾਂ 'ਚ ਸ਼ੋਅ ਕਰਦੀ ਹਾਂ। ਥੱਲੇ ਵਾਲੇ ਦੰਦਾਂ 'ਚ ਵੀ ਜਿਵੇਂ ਥੱਲੇ ਵਾਲੇ ਦੰਦਾਂ ਦਾ ਮਾਡਲ ਹੈ। ਸੋ ਇਹਦੇ ਵਿੱਚ ਹੈਗਾ ਹੈ ਕਿ ਸੇਮ ਹੀ ਜਿਵੇਂ 45 ਡਿਗਰੀ ਐਂਗਲ 'ਤੇ ਇਹਨੂੰ ਰੱਖ ਕੇ ਤੇ ਇਹਨੂੰ ਸਮਾਲ ਸਰਕਲ 'ਚ ਕਰਕੇ ਤੇ ਐਂਡ ਵਾਲਾ ਸਟ੍ਰੋਕ ਉੱਪਰ ਜਾਊਗਾ। ਮੂਰਲੇ ਵਾਲੇ ਦੰਦਾਂ 'ਚ ਵੀ ਉੱਪਰ ਥੱਲੇ ਚੰਗੀ ਤਰ੍ਹਾਂ ਕਰਕੇ, ਤੇ ਜਿਹੜਾ ਅੰਦਰ ਵਾਲਾ ਪਾਸਾ ਹੈ ਵੀ ਉੱਪਰ ਥੱਲੇ ਤੇ ਇਧਰੋਂ ਵੀ ਅੰਦਰ ਵਾਲਾ ਪਾਸਾ ਇਸ ਤਰ੍ਹਾਂ ਜਾਏਗਾ। ਤੇ ਤੁਸੀਂ ਉੱਪਰੋਂ ਚੰਗੀ ਤਰ੍ਹਾਂ ਦੰਦ ਸਾਰੇ ਐਵੇਂ ਕਲੀਨ ਕਰਨੇ ਆ। ਤੇ ਫਿਰ ਮੇਕ ਸ਼ੋਰ ਕਰਨਾ ਤੁਸੀਂ ਆਪਣੀ ਟੰਗ ਨੂੰ ਵੀ ਚੰਗੀ ਤਰ੍ਹਾਂ ਕਲੀਨ ਕਰੋ। ਕਾਫੀ ਲੋਕਾਂ ਨੂੰ ਕਹਿੰਦੇ ਆ ਕਿ ਬਦਬੂ ਆਉਂਦੀ ਹੈ, ਕਿਉਂਕਿ ਜੇ ਟੰਗ ਨੂੰ ਚੰਗੀ ਤਰ੍ਹਾਂ ਕਲੀਨ ਨਹੀਂ ਕਰਦੇ ਉਹਦੇ 'ਤੇ ਜੰਮਿਆ ਰਹਿ ਜਾਂਦਾ ਹੈ, ਤੇ ਉਹ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈ ਕਿ ਤੁਹਾਡੇ ਮੂੰਹ 'ਚੋਂ ਬਦਬੂ ਆਉਂਦੀ ਹੈ। ਜੇ ਤੁਸੀਂ ਰੈਗੂਲਰ ਕਲੀਨਿੰਗ ਕਰਾਓਗੇ ਤੇ ਰੈਗੂਲਰ ਡੈਂਟਲ ਚੈੱਕਅਪਸ ਕਰਾਉਂਦੇ ਹੋ ਤਾਂ ਤੁਹਾਡੇ ਦੰਦ ਤੇ ਮਸੂੜੇ ਹੈਲਦੀ ਰਹਿੰਦੇ ਆ, ਤੇ ਕੋਈ ਪ੍ਰੋਬਲਮ ਵੀ ਹੁੰਦੀ ਹੈ ਤਾਂ ਅਸੀਂ ਤੁਹਾਨੂੰ ਫਸਟ ਸਟੈਪ 'ਤੇ ਹੀ ਦੱਸ ਸਕਦੇ ਹਾਂ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਡੈਂਟਿਸਟ ਤੋਂ ਡਰੋ ਨਾ। ਡੈਂਟਿਸਟ ਔਰ ਆਪਣੀ ਸਿਹਤ ਲਈ ਡੈਂਟਿਸਟ ਕੋਲ ਜ਼ਰੂਰ ਆਓ। ਥੈਂਕ ਯੂ ਡਾਕਟਰ ਸਾਹਿਬ ਸਾਡੇ ਇਸ ਸਫ਼ਰ ਦਾ ਹਿੱਸਾ ਬਣਨ ਲਈ। ਉਮੀਦ ਹੈ ਦਰਸ਼ਕਾਂ ਲਈ ਇਹ ਜਾਣਕਾਰੀ ਬਹੁਤ ਹੀ ਲਾਹੇਵੰਦ ਹੋਏਗੀ। ਥੈਂਕ ਯੂ। ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ। ਉਮੀਦ ਹੈ ਅੱਜ ਦਾ ਵਿਸ਼ਾ ਤੁਹਾਨੂੰ ਪਸੰਦ ਆਇਆ ਹੋਵੇਗਾ। ਅਗਲੀ ਵਾਰ ਤੇ ਫਿਰ ਮਿਲਾਂਗੇ ਨਵੀਂ ਹਸਤੀ ਨਾਲ, ਨਵੇਂ ਵਿਸ਼ੇ ਨਾਲ। ਤਦ ਤੱਕ ਇਜਾਜ਼ਤ ਦਿਓ। ਧੰਨਵਾਦ।